ਸਾਰਿਆਂ ਨੂੰ ਜੈ ਮਸੀਹ ਦੀ। मैं ਪਾਸਟਰ ਪੌਲ ਅਭਿਸ਼ੇਕ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰਭੂ ਦੀ ਸੱਚੀ ਤੇ ਪਵਿੱਤਰ ਹਜ਼ੂਰੀ ਦੇ ਵਿੱਚ। ਧੰਨਵਾਦ ਹੈ ਕਿ ਪ੍ਰਭੂ ਨੇ ਇੱਕ ਵਾਰ ਫਿਰ ਮੇਰੇ ਜੀਵਨ 'ਚ ਇਹ ਫਜ਼ਲ ਕੀਤਾ ਕਿ ਮੈਂ ਉਹਦੀ ਬਾਣੀ ਦਾ ਪ੍ਰਚਾਰ ਕਰਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਭਲੇ ਹੋ, ਕਿਉਂਕਿ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲਦਾ ਹੈ ਅਤੇ ਪ੍ਰਭੂ ਤੁਹਾਨੂੰ ਬੇਸ਼ੁਮਾਰ ਪਿਆਰ ਕਰਦਾ ਹੈ। ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਵਧੀਏ ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਸਿੱਖਾਂਗੇ। ਪਹਿਲਾ ਸੈਮੂਅਲ ਦੀ ਕਿਤਾਬ 17 ਅਧਿਆਏ ਦੇ ਵਿੱਚ, ਪਹਿਲਾ ਸੈਮੂਅਲ 17 ਅਧਿਆਏ ਜਦੋਂ ਤੁਸੀਂ ਪੜ੍ਹੋਗੇ, ਇੱਥੇ ਇਜ਼ਰਾइल ਤੇ ਫਲਸਤੀਨੀਆਂ ਦੇ ਵਿੱਚ ਇੱਕ ਲੜਾਈ ਹੁੰਦੀ ਹੈ। ਇਜ਼ਰਾइल ਦੇਸ਼ ਔਰ ਫਲਸਤੀਨੀ ਦੇਸ਼ ਜਿਹੜੇ ਆ ਇਹ ਆਮਣੇ ਸਾਹਮਣੇ ਆ। ਇਜ਼ਰਾइल ਦੀ ਸੈਨਾ ਔਰ ਫਲਸਤੀਨ ਦੀ ਸੈਨਾ ਆਮਣੇ ਸਾਹਮਣੇ ਹੋ ਕੇ ਲੜ ਰਹੇ ਨੇ, ਲੜਾਈ ਕਰ ਰਹੇ ਨੇ। ਔਰ ਵਚਨ 'ਚ ਲਿਖਿਆ, ਜਦੋਂ ਆਮਣੇ ਸਾਹਮਣੇ ਆ ਲੜਾਈ ਹੋਣ ਤੋਂ ਪਹਿਲਾਂ ਫਲਸਤੀਨ ਦੇਸ਼ ਦੇ ਵਿੱਚ ਇੱਕ ਸੈਨਾ ਦੇ ਵਿੱਚ ਯੋਧਾ ਆ, ਸੂਰਮਾ ਆ, ਜਿਹਦਾ ਨਾਂ ਗੁਲਿਆਤ ਹੈ। ਉਹਦਾ ਕੱਦ ਘੱਟੋ ਘੱਟ 9-10 ਫੁੱਟ ਹੈ, ਕਾਫੀ ਤਾਕਤਵਰ ਹੈ, ਪਾਵਰਫੁੱਲ ਹੈ। ਔਰ ਉਹ ਇਜ਼ਰਾइल ਦੀ ਪਾਲਾਂ ਦੇ ਵਿੱਚ, ਇਜ਼ਰਾइली ਲੋਕਾਂ ਨੂੰ ਜੋ ਲਾਈਨਾਂ ਦੇ ਵਿੱਚ ਪਾਲਾਂ ਦੇ ਵਿੱਚ ਖੜੇ ਹੋਏ ਨੇ, ਉਹਨਾਂ ਨੂੰ ਦੂਰੋਂ ਲਲਕਾਰ ਕੇ ਕਹਿੰਦਾ ਆ ਕਿ ਜੇ ਤੁਹਾਡੇ ਵਿੱਚੋਂ ਕੋਈ ਮੈਨੂੰ ਹਰਾ ਦੇਵੇ, ਸਾਡਾ ਸਾਰਾ ਦੇਸ਼ ਹਾਰ ਜਾਵੇਗਾ। ਜੇ ਮੈਂ ਤੁਹਾਡਾ ਚੁਣਿਆ ਹੋਇਆ ਹਰਾ ਦੇਵਾਂ ਤੇ ਤੁਹਾਡਾ ਸਾਰਾ ਦੇਸ਼ ਜਿਹੜਾ ਹਾਰ ਜਾਵੇਗਾ। ਜਦੋਂ ਉਹ ਆਉਂਦਾ ਹੈ, ਉਹ ਲਲਕਾਰਦਾ ਹੈ ਇਜ਼ਰਾइल ਨੂੰ, ਇਜ਼ਰਾइल ਦੀ ਸੈਨਾ ਨੂੰ, ਇਜ਼ਰਾइल ਦੇ ਰਾਜੇ ਨੂੰ ਔਰ ਇਜ਼ਰਾइल ਦੇ ਪਰਮੇਸ਼ਵਰ ਨੂੰ। ਉਹ ਲਲਕਾਰਦਾ ਆ, ਉਹਨਾਂ ਨੂੰ ਫਟਕਾਰਦਾ ਆ, ਉਹਨਾਂ ਨੂੰ ਮਜ਼ਾਕ ਦੇ ਵਿੱਚ ਲੈਂਦਾ ਆ ਕਿ ਆਓ ਮੇਰੇ ਨਾਲ ਲੜੋ, ਆਓ ਮੇਰੇ ਲਈ ਕੋਈ ਯੋਧਾ ਤਿਆਰ ਕਰੋ। ਤੁਹਾਡੇ ਦੇਸ਼ ਵਿੱਚ ਕੋਈ ਇੱਦਾਂ ਦਾ ਇਨਸਾਨ ਨਹੀਂ ਹੈ, ਕੋਈ ਮਰਦ ਨਹੀਂ ਹੈ ਜਿਹੜਾ ਮੇਰੇ ਨਾਲ ਲੜੇ, ਕੋਈ ਸੂਰਬੀਰ ਨਹੀਂ ਹੈ ਜਿਹੜਾ ਮੇਰੇ ਨਾਲ ਲੜੇ। ਉਹ ਉਹਨਾਂ ਨੂੰ ਲਗਾਤਾਰ ਬੰਗਾਰ ਰਿਹਾ, ਲਗਾਤਾਰ ਉਹਨਾਂ ਨੂੰ ਜਿਹੜਾ ਆ ਉਹ ਉਹਨਾਂ ਨੂੰ ਠੱਠਿਆਂ ਦੇ ਵਿੱਚ, ਮਜ਼ਾਕ ਦੇ ਵਿੱਚ ਜਿਹੜਾ ਆ ਉਹ ਬੰਗਾਰ ਰਿਹਾ। ਬਾਈਬਲ 'ਚ ਲਿਖਿਆ, ਇਜ਼ਰਾइल ਦੀ ਸੈਨਾ ਦੇ ਵਿੱਚ ਜਿਹੜੇ ਆ ਉਸ ਸਮੇਂ ਦਾਊਦ ਦੇ ਭਰਾ ਸੀਗੇ। ਦਾਊਦ ਦੇ ਜੀਵਨ ਦੇ ਨਾਲ ਇਹ ਘਟਨਾ ਜਿਹੜੀ ਆ ਘਟੀ ਆ। ਦਾਊਦ ਦੇ ਭਰਾ ਇਜ਼ਰਾइल ਦੀ ਸੈਨਾ ਦੇ ਵਿੱਚ ਆ ਔਰ ਕਾਫੀ ਦਿਨ ਹੋ ਗਏ ਲੜਾਈ ਤਾਂ ਨਹੀਂ ਹੋਈ, ਵੈਸੇ ਹੀ ਆਲੇ ਦੁਆਲੇ ਪਾਲਾ ਬਣ ਕੇ ਉਹ ਵੀ ਬੈਠੇ ਤੇ ਉਹ ਵੀ ਬੈਠੇ ਆ ਔਰ ਇੰਤਜ਼ਾਰ ਕਰ ਰਹੇ ਆ ਕਿ ਅੱਗੇ ਕੀ ਹੁੰਦਾ। ਦਾਊਦ ਨੂੰ ਉਹਦੇ ਪਿਤਾ ਜੀ ਨੇ ਕਿਹਾ ਕਿ ਬੇਟਾ ਜਾ ਆਪਣੇ ਭਰਾਵਾਂ ਦਾ ਹਾਲ ਚਾਲ ਪੁੱਛ ਕੇ ਆ, ਜੰਗ ਦੇ ਵਿੱਚ ਜਿਹੜੇ ਗਏ ਆ। ਸੋ ਦਾਊਦ ਆਪਣੇ ਪਿਤਾ ਦੇ ਆਖੇ ਦੇ ਅਨੁਸਾਰ ਆਪਣੇ ਭਰਾਵਾਂ ਦੇ ਕੋਲ ਗਿਆ ਜੋ ਸੈਨਿਕ ਸੀਗੇ ਔਰ ਜੰਗ ਦੇ ਮੈਦਾਨ, ਯੁੱਧ ਦੇ ਮੈਦਾਨ ਦੇ ਵਿੱਚ ਸੀਗੇ। ਔਰ ਵਚਨ 'ਚ ਲਿਖਿਆ, ਜਦੋਂ ਉਹ ਗਿਆ ਤੇ ਆਪਣੇ ਭਰਾਵਾਂ ਦੇ ਨਾਲ, ਜਦੋਂ ਜੋ ਉਹਦੇ ਪਿਓ ਨੇ ਸੁਗਾਤ ਭੇਜੀ, ਖਾਣ ਪੀਣ ਨੂੰ ਭੇਜਿਆ, ਉਹ ਵੀ ਲੈ ਗਿਆ। ਤਾਂ ਜਦੋਂ ਆਪਣੇ ਭਰਾਵਾਂ ਨੂੰ ਦਿੰਦਾ ਆ, ਗੱਲਾਂ ਕਰਦਾ ਆ, ਤੇ ਇਹ ਉਸ ਸਮੇਂ ਗੁਲਿਆਤ ਜਿਹੜਾ ਆ ਉਹ ਆਂਦਾ ਆ, ਉਹ ਨਿਕਲ ਆਉਂਦਾ। ਜਦੋਂ ਤੁਸੀਂ ਪੜ੍ਹੋਗੇ ਪਹਿਲਾ ਸੈਮੂਅਲ 17 ਅਧਿਆਏ ਉਹਦੀ 23 ਐਤ ਨੂੰ ਪੜ੍ਹੋਗੇ, ਉਹ ਉਹਨਾਂ ਨਾਲ ਅਜੇ ਗੱਲਾਂ ਹੀ ਕਰਦਾ ਸੀ ਜੋ ਵੇਖੋ ਉਹ ਬਲਵਾਨ ਗਾਥੀ ਫਲਸਤੀਨੀ ਗੁਲਿਆਤ ਨਾਮੇ ਫਲਸਤੀਨੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਦੇ ਅੱਗੇ ਬਾਂਗ ਫਿਰ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ। ਇਜ਼ਰਾइल ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ। ਹੁਣ ਜਦੋਂ ਦਾਊਦ ਆਪਣੇ ਭਰਾਵਾਂ ਨਾਲ, ਉਹਨੇ ਸੈਨਾ, ਇਜ਼ਰਾइल ਦੀ ਸੈਨਾ ਨਾਲ ਗੱਲਾਂ ਕਰਦਾ ਸੀਗਾ ਤੇ ਗੁਲਿਆਤ ਫਿਰ ਆਇਆ ਔਰ ਆਣ ਕੇ ਉਹਨਾਂ ਨੂੰ ਲਲਕਾਰ ਕੇ ਕਹਿੰਦਾ, ਤੁਹਾਡੇ ਵਿੱਚ ਕੋਈ ਹੈ ਮਰਦ ਤੇ ਮੇਰਾ ਸਾਹਮਣਾ ਕਰੇ, ਕੋਈ ਸੂਰਬੀਰ ਹੈ ਤੇ ਮੇਰਾ ਸਾਹਮਣਾ ਕਰੇ। ਇਜ਼ਰਾइल ਦੇ ਸੈਨਾ ਨੂੰ ਉਹਨੇ ਜਿਹੜੀ ਧਮਕੀ ਦਿੱਤੀ, ਇਜ਼ਰਾइल ਦੀ ਸੈਨਾ ਨੂੰ ਮਜ਼ਾਕ ਉਡਾਇਆ, ਇਜ਼ਰਾइल ਦੇ ਪਰਮੇਸ਼ਵਰ ਨੂੰ ਉਹਨੇ ਤੁੱਛ ਜਾਣਿਆ ਔਰ ਪਰਮੇਸ਼ਵਰ ਦੇ ਖਿਲਾਫ ਵੀ ਬੋਲਿਆ। ਔਰ ਦਾਊਦ ਜਦੋਂ ਉਸ ਸਮੇਂ ਆਪਣੇ ਭਰਾਵਾਂ ਦੇ ਕੋਲ ਗਿਆ ਸੀ, ਉਹਨੂੰ ਦੇਖਿਆ, ਕਹਿੰਦਾ ਇਹ ਕੌਣ ਆ ਜਿਹੜਾ ਪਰਮੇਸ਼ਵਰ ਨੂੰ ਲੱਜਤ ਕਰਦਾ, ਪਰਮੇਸ਼ਵਰ ਦੇ ਲੋਕਾਂ ਨੂੰ ਲੱਜਤ ਕਰਦਾ? ਤੁਸੀਂ ਇਹਦਾ ਮੁਕਾਬਲਾ ਕਿਉਂ ਨਹੀਂ ਕਰਦੇ? ਉਹਦੇ ਭਰਾਵਾਂ ਨੇ, ਵਚਨ 'ਚ ਲਿਖਿਆ, ਉਹਦੇ ਭਰਾਵਾਂ ਨੇ ਉਹਨੂੰ ਚੁੱਪ ਕਰਾਇਆ ਕਿ ਚੁੱਪ ਕਰ, ਤੇਰਾ ਕੰਮ ਭੇਡਾਂ ਬੱਕਰੀਆਂ ਚਾਰਨਾ। ਯੁੱਧ ਦੇ ਬਾਰੇ ਤੈਨੂੰ ਕੀ ਪਤਾ? ਲੜਾਈ ਦੇ ਬਾਰੇ ਤੈਨੂੰ ਕੀ ਨੌਲੇਜ ਹੈ? ਤੈਨੂੰ ਕੀ ਗਿਆਨ ਹੈ ਕਿ ਕਿੱਦਾਂ ਲੜਾਈ ਕੀਤੀ ਜਾਂਦੀ ਹੈ ਜਾਂ ਲੜਾਈ 'ਚ ਕੀ ਨੁਕਸਾਨ ਹੁੰਦੇ ਨੇ? ਉਹਦੇ ਭਰਾਵਾਂ ਨੇ ਉਹਨੂੰ ਚੁੱਪ ਕਰਾਇਆ, ਪਰ ਦਾਊਦ ਅੰਦਰੋਂ ਦਲੇਰ ਸੀਗਾ। ਔਰ ਵਚਨ 'ਚ ਲਿਖਿਆ, ਜਦੋਂ ਉਹ ਉਹਨਾਂ ਲੱਗੇ ਬੋਲਦਾ ਸੀਗਾ ਤੇ ਸਾਰੇ ਇਜ਼ਰਾइली ਸੈਨਿਕ ਡਰਦੇ ਸੀਗੇ ਤੇ ਉਹ ਜਗ੍ਹਾ ਛੱਡ ਕੇ ਭੱਜ ਜਾਂਦੇ ਸੀ ਪਿੱਛੇ ਨੂੰ, ਜਦੋਂ ਗੁਲਿਆਤ ਆਣ ਕੇ ਲਲਕਾਰਦਾ ਸੀਗਾ। ਔਰ ਵਚਨ 'ਚ ਲਿਖਿਆ, ਇਹ ਸਿਲਸਿਲਾ ਜਿਹੜਾ ਆ 40 ਦਿਨ ਤੱਕ ਚੱਲਦਾ ਰਿਹਾ। ਜਦੋਂ ਤੁਸੀਂ 17 ਅਧਿਆਏ ਉਹਦੀ 16 ਐਤ ਨੂੰ ਪੜ੍ਹੋਗੇ ਤੇ 16 ਐਤ 'ਚ ਲਿਖਿਆ, ਸੋ ਉਹ ਫਲਸਤੀਨੀ ਨਿਤ ਸਵੇਰੇ ਅਤੇ ਤਕਾਲਾਂ ਨੂੰ ਨੇੜੇ ਆਉਂਦਾ ਸੀ ਅਤੇ 40 ਦਿਨਾਂ ਤੋੜੀ ਉਹ ਆਪਣੇ ਆਪ ਨੂੰ ਅੱਗੇ ਕਰਦਾ ਰਿਹਾ। ਸਵੇਰੇ ਤੇ ਸ਼ਾਮ, ਰੋਜ਼ ਉਹਨੇ ਸਵੇਰੇ ਆਉਣਾ, ਸ਼ਾਮ ਨੂੰ ਆਉਣਾ। 40 ਦਿਨ ਇਹ ਸਿਲਸਿਲਾ ਚੱਲਦਾ ਰਿਹਾ। 40 ਦਿਨ ਤੱਕ ਉਹ ਇਜ਼ਰਾइल ਦੇ ਲੋਕਾਂ ਨੂੰ ਲਲਕਾਰਦਾ ਰਿਹਾ, ਬੰਗਾਰਦਾ ਰਿਹਾ, ਪਰ ਇਜ਼ਰਾइल ਦਾ ਕੋਈ ਵੀ ਨਾ ਤੇ ਰਾਜਾ, ਨਾ ਸੈਨਾਪਤੀ, ਨਾ ਕੋਈ ਇੱਦਾਂ ਦਾ ਸੈਨਿਕ ਸੀਗਾ ਜਿਹੜਾ ਉਹਦਾ ਮੁਕਾਬਲਾ ਕਰਦਾ।
ਔਰ 40 ਦਿਨ ਤੱਕ ਉਹ ਬੰਗਾਰਦਾ ਰਿਹਾ, ਸਵੇਰੇ ਸ਼ਾਮ ਉਹਨਾਂ ਨੂੰ ਲਲਕਾਰਦਾ ਰਿਹਾ। ਕੋਈ ਉਹਦੇ ਮੁਕਾਬਲੇ ਲਈ, ਕੋਈ ਉਹਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ। ਪਰ ਦਾਊਦ ਜਿਹੜਾ ਨਾਰਮਲ ਸੈਨਿਕ ਤਾਂ ਨਹੀਂ ਸੀ, ਔਰ ਭੇਡਾਂ ਬੱਕਰੀਆਂ ਚਾਰਨ ਵਾਲਾ ਇੱਕ ਚਰਵਾਹਾ ਸੀ। ਉਸਨੇ ਜਦੋਂ ਉਹਦੀ ਲਲਕਾਰ ਨੂੰ ਸੁਣਿਆ ਤੇ ਉਹਨੇ ਆਪਣੇ ਅੰਦਰ ਅਣਖ ਪੈਦਾ ਕੀਤੀ ਕਿ ਇਹ ਤੇ ਪਰਮੇਸ਼ਵਰ ਨੂੰ, ਪਰਮੇਸ਼ਵਰ ਦੀ ਪ੍ਰਜਾ ਨੂੰ ਲਲਕਾਰ ਰਿਹਾ। ਕਹਿੰਦਾ ਤੁਸੀਂ ਨਹੀਂ ਤੇ ਮੈਂ ਲੜਾਂਗਾ, ਮੈਂ ਉਹਦੇ ਨਾਲ ਯੁੱਧ ਕਰਾਂਗਾ। ਰਾਜੇ ਤੱਕ ਗੱਲ ਪਹੁੰਚੀ, ਮੈਸੇਜ ਪਹੁੰਚਿਆ। ਰਾਜੇ ਨੇ ਕਿਹਾ ਠੀਕ ਹੈ। ਔਰ ਜਦੋਂ ਰਾਜੇ ਨੇ ਦੇਖਿਆ, ਕਹਿੰਦਾ ਤੂੰ ਤੇ ਬੱਚਾ ਹੈ ਤੇ ਉਹ ਬਹੁਤ ਵੱਡਾ ਸੂਰਬੀਰ ਹੈ, ਉਹ ਬਚਪਨ ਤੋਂ ਯੋਧਾ ਹੈ, ਉਹਨੂੰ ਪੂਰੀ ਨੌਲੇਜ ਆ ਹਥਿਆਰਾਂ ਦੇ ਬਾਰੇ, ਲੜਾਈ ਦੇ ਬਾਰੇ, ਲੜਨ ਦੇ ਬਾਰੇ। ਤੈਨੂੰ ਕੀ ਨੌਲੇਜ ਹੈ? ਉਸ ਸਮੇਂ ਦਾਊਦ ਨੇ ਆਖਿਆ ਕਿ ਪਰਮੇਸ਼ਵਰ ਮੇਰੇ ਨਾਲ ਹੈ, ਪਰਮੇਸ਼ਵਰ ਦਾ ਆਤਮਾ ਮੇਰੇ ਨਾਲ ਹੈ। ਜਦ ਮੈਂ ਆਪਣੇ ਬਾਪ ਦੀਆਂ ਭੇਡਾਂ ਬੱਕਰੀਆਂ ਚਾਰਦਾ ਸੀਗਾ, ਉਸ ਸਮੇਂ ਇੱਕ ਭੇਡ ਦੇ ਬੱਚੇ ਨੂੰ ਚੱਕ ਕੇ ਇੱਕ ਭਾਲੂ ਲੈ ਗਿਆ। ਮੈਂ ਪਰਮੇਸ਼ਵਰ ਅੱਗੇ ਅਰਦਾਸ ਕੀਤੀ, ਪ੍ਰਭੂ ਨੇ ਮੇਰੇ ਉੱਤੇ ਦਇਆ ਕੀਤੀ, ਮੈਨੂੰ ਬਲ ਦਿੱਤਾ, ਮੈਂ ਭਾਲੂ ਨੂੰ ਮਾਰ ਮੁਕਾਇਆ ਤੇ ਉਹਦੇ ਮੂੰਹ ਦੇ ਵਿੱਚੋਂ ਭੇਡ ਦਾ ਬੱਚਾ ਬਚਾ ਲਿਆ। ਇਸੇ ਤਰ੍ਹਾਂ ਸ਼ੇਰ ਵੀ ਆਇਆ, ਭੇਡ ਦੇ ਬੱਚੇ ਨੂੰ ਚੁਰਾਇਆ। ਮੈਂ ਫਿਰ ਪਰਮੇਸ਼ਵਰ ਦੀ ਮਦਦ ਮੰਗੀ, ਪ੍ਰਭੂ ਨੇ ਮੈਨੂੰ ਬਲ ਦਿੱਤਾ, ਮੈਂ ਸ਼ੇਰ ਨੂੰ ਮਾਰ ਮੁਕਾਇਆ ਤੇ ਉਹਦੇ ਮੂੰਹ ਦੇ ਵਿੱਚੋਂ ਭੇਡ ਦੇ ਬੱਚੇ ਨੂੰ ਬਚਾ ਲਿਆ। ਹੇ ਰਾਜਾ, ਜਿਸ ਪਰਮੇਸ਼ਵਰ ਨੇ ਮੈਨੂੰ ਭੇਡ, ਭਾਲੂ ਤੇ ਸ਼ੇਰ ਦੇ ਪੰਜੇ ਤੋਂ ਬਚਾਇਆ, ਉਹਨਾਂ ਤੋਂ ਬਚਾ ਲਿਆ, ਉਹੀ ਮੈਨੂੰ ਇਸ ਗੁਲਿਆਤ ਤੋਂ ਬਚਾਵੇਗਾ। ਜਿਸ ਤਰ੍ਹਾਂ ਮੈਂ ਭਾਲੂ ਨੂੰ ਤੇ ਸ਼ੇਰ ਨੂੰ ਮਾਰ ਮੁਕਾਇਆ, ਉਸੇ ਤਰ੍ਹਾਂ ਮੈਂ ਇਸ ਗੁਲਿਆਤ ਨੂੰ ਵੀ ਮਾਰ ਮੁਕਾਵਾਂਗਾ। ਰਾਜੇ ਨੇ ਕਿਹਾ ਚਲੋ ਠੀਕ ਹੈ, ਫਿਰ ਜਾ। ਯੁੱਧ ਦੇ ਮੈਦਾਨ 'ਚ ਦਾਊਦ ਗਿਆ, ਦਾਊਦ ਲੜਿਆ। ਔਰ ਵਚਨ 'ਚ ਲਿਖਿਆ ਦਾਊਦ ਨੇ ਇੱਕ ਪੱਥਰ ਦੇ ਨਾਲ ਹੀ ਉਹਨੂੰ ਮਾਰ ਮੁਕਾਇਆ। ਮੈਂ ਤੁਹਾਨੂੰ ਕਿਉਂ ਦੱਸ ਰਿਹਾ ਇਹ ਘਟਨਾ? ਜਦੋਂ ਦਾਊਦ ਲੜਿਆ ਤੇ ਗੁਲਿਆਤ ਹਾਰ ਗਿਆ, ਉਹਨੇ ਗੁਲਿਆਤ ਦੇ ਸਿਰ ਕਲਮ ਕਰ ਦਿੱਤਾ। ਔਰ ਜਦੋਂ ਦੇਖਿਆ ਕਿ ਇੱਕ ਯੋਧਾ ਸੂਰਮਾ ਇੱਕ ਬਾਲਕ ਤੋਂ ਹਾਰ ਗਿਆ, ਫਿਲਸਤੀਨੀਆਂ ਦੀ ਸਾਰੀ ਸੈਨਾ ਨੇ ਘੁਟਨੇ ਟੇਕੇ ਮੈਦਾਨ ਛੱਡ ਕੇ ਭੱਜ ਗਏ। ਇਜ਼ਰਾਈਲੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਇਜ਼ਰਾਈਲੀਆਂ ਨੇ ਉਹਨਾਂ ਦੇ ਹਮਲਾ ਕਰਕੇ ਉਹਨਾਂ ਨੂੰ ਜਿੱਤ ਲਿਆ। ਇਹ ਸਾਰੀ ਘਟਨਾ 'ਚੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ? ਅੱਜ ਅਸੀਂ ਸਾਡੀ ਲੜਾਈ ਮਾਸ ਲਹੂ ਨਾਲ ਨਹੀਂ ਹੋ, ਹਕੂਮਤਾਂ ਰਾਜਿਆਂ ਨਾਲ ਨਹੀਂ ਹੋ। ਸਾਡੀ ਲੜਾਈ ਇਨਸਾਨਾਂ ਨਾਲ, ਜਾਤੀ ਧਰਮ ਮਜ਼ਹਬ ਨਾਲ ਨਹੀਂ ਆ। ਸਾਡੀ ਲੜਾਈ ਨਵੇਂ ਨੇਮ ਦੇ ਅਨੁਸਾਰ ਜਿਹੜੀ ਹੈ ਉਹ ਆਤਮਿਕ ਲੜਾਈ ਹੈ। ਆਤਮਿਕ ਲੜਾਈ ਆ ਉਹ, ਤੇ ਅਸੀਂ ਹੁਣ ਆਤਮਾ ਦੇ ਨਾਲ ਲੜਨਾ ਆ। ਆਤਮਾ ਦੇ ਨਾਲ ਅਸੀਂ ਲੜ ਕੇ ਅੱਗੇ ਵਧਣਾ ਤੇ ਜਿੱਤਣਾ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਤੇਰੇ ਕੋਲ ਉਹ ਹਥਿਆਰ ਨੇ ਜੋ ਡਾਢੇ ਤਕੜੇ ਨੇ ਤੇ ਸ਼ੈਤਾਨੀ ਗੜ੍ਹਾਂ ਨੂੰ ਤੋੜਨ ਦੀ ਉਹ ਤਾਕਤ ਵੀ ਰੱਖਦੇ ਨੇ। ਹੁਣ ਅਸੀਂ ਆਤਮਾ ਨਾਲ ਲੜਨਾ ਤੇ ਤੋਂ ਸਿੱਖਿਆ ਪ੍ਰਾਪਤ ਕੀ ਕਰਨੀ ਹੈ? ਯਾਦ ਰੱਖਿਓ, ਜਦ ਤੱਕ ਦਾਊਦ ਨਹੀਂ ਲੜਿਆ ਤਦ ਤੱਕ ਜਿਹੜਾ ਗੁਲਿਆਤ ਸੀਗਾ ਉਹ ਉਹਨਾਂ ਨੂੰ ਸਵੇਰੇ ਸ਼ਾਮ ਲਲਕਾਰਦਾ ਰਿਹਾ ਔਰ ਬਾਰ-ਬਾਰ ਲਲਕਾਰਦਾ ਰਿਹਾ। ਔਰ ਵਚਨ 'ਚ ਲਿਖਿਆ 40 ਦਿਨ ਸਵੇਰੇ ਸ਼ਾਮ ਆਣ ਕੇ ਉਹਨਾਂ ਨੂੰ ਲਲਕਾਰਦਾ ਰਿਹਾ, ਉਹਨਾਂ ਨੂੰ ਬੰਗਾਰਦਾ ਰਿਹਾ, ਉਹਨਾਂ ਦੇ ਖਿਲਾਫ ਬੋਲਦਾ ਰਿਹਾ। ਔਰ ਜਦ ਤੱਕ ਉਹਦਾ ਸਾਹਮਣਾ ਕਰਨ ਲਈ ਕੋਈ ਪੈਦਾ ਨਹੀਂ ਹੋਇਆ, ਖੜਾ ਨਹੀਂ ਹੋਇਆ, ਤਦ ਤੱਕ ਉਹ ਆਣ ਕੇ ਉਹਨਾਂ ਨੂੰ ਮੁਕਾਬਲੇ ਦੇ ਲਈ, ਲੜਨ ਦੇ ਲਈ ਜਿਹੜਾ ਆ ਉਹਨਾਂ ਨੂੰ ਲਲਕਾਰ ਕੇ ਉਹਨਾਂ ਨੂੰ ਤੁੱਛ ਜਾਣਦਾ ਰਿਹਾ। ਪਰ ਜਦੋਂ ਦਾਊਦ ਖੜਾ ਹੋਇਆ, ਦਾਊਦ ਤਿਆਰ ਹੋਇਆ ਤੇ ਉਸ ਲਲਕਾਰਨ ਵਾਲੇ ਨੂੰ ਉਹਨੇ ਮਾਰ ਮੁਕਾਇਆ ਤੇ ਉਹਦੇ ਜੀਵਨ ਨੂੰ ਖਤਮ ਕੀਤਾ। ਤੇ ਉਹ ਜਿਹੜਾ ਪਰਮੇਸ਼ਰ ਨੂੰ ਤੁੱਛ ਜਾਣਦਾ ਸੀ, ਉਹਦੇ ਲੋਕਾਂ ਨੂੰ ਤੁੱਛ ਜਾਣਦਾ ਸੀ, ਉਹਨੂੰ ਸਬਕ ਸਿਖਾਇਆ ਆਪ ਲੜ ਕੇ। ਬਾਈਬਲ 'ਚ ਲਿਖਿਆ ਜੇ ਸ਼ੈਤਾਨ ਦਾ ਸਾਹਮਣਾ ਕਰੋਗੇ ਤੇ ਸ਼ੈਤਾਨ ਭੱਜ ਜਾਵੇਗਾ, ਜੇ ਲੜੋਗੇ ਤੇ ਜਿੱਤੋਗੇ। ਮੈਂ ਤੁਹਾਨੂੰ ਹਥਿਆਰ ਦਿੱਤੇ ਨੇ, ਡਾਢੇ ਤਕੜੇ ਹਥਿਆਰ ਦਿੱਤੇ ਨੇ। ਕਿਉਂ ਦਿੱਤੇ ਨੇ? ਲੜਨ ਦੇ ਲਈ। ਕਲੀਸਿਆ ਯਾਦ ਰੱਖੋ, ਵਿਸ਼ਵਾਸੀ ਲੋਕੋ ਯਾਦ ਰੱਖੋ, ਜਦ ਤੱਕ ਤੁਸੀਂ ਯਤਨ ਨਹੀਂ ਕਰਦੇ ਲੜਨ ਦੇ ਲਈ, ਜਦ ਤੱਕ ਤੁਸੀਂ ਪ੍ਰਯਤਨ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ, ਤਦ ਤੱਕ ਤੁਸੀਂ ਜਿੱਤੋਗੇ ਨਹੀਂ। ਸ਼ੈਤਾਨ ਤਦ ਤੱਕ ਤੁਹਾਡੇ ਅੱਗੇ ਨਹੀਂ ਭੱਜੇਗਾ ਜਦ ਤੱਕ ਤੁਸੀਂ ਉਹਦਾ ਸਾਹਮਣਾ ਨਹੀਂ ਕਰਦੇ। ਅੱਜ ਮੁਸ਼ਕਲਾਂ ਨੇ, ਗਰੀਬੀ ਹੈ, ਕਰਜ਼ਾ ਹੈ, ਲੜਾਈ ਹੈ, ਝਗੜਾ ਹੈ, ਸਰਾਪ ਹੈ, ਸ਼ੈਤਾਨੀ ਹਮਲੇ ਹੈ, ਜੀਵਨ 'ਚ ਬਰਬਾਦੀ ਹੈ, ਵਿਭਚਾਰ ਹੈ, ਗਲਤ ਸੁਸਾਇਟੀ ਹੈ, ਗਲਤ ਮਾਹੌਲ ਹੈ, ਘਰ ਦੇ ਵਿੱਚ ਸਭ ਕੁਝ ਜਿਹੜਾ ਵਿਗੜਿਆ ਹੋਇਆ, ਕੋਈ ਸ਼ਾਂਤੀ, ਕੋਈ ਆਨੰਦ ਨਹੀਂ। ਔਰ ਅਸੀਂ ਉਸ ਨੂੰ ਇੱਦਾਂ ਹੀ ਝੇਲੀ ਜਾ ਰਹੇ, ਇੱਦਾਂ ਹੀ ਸਮਝੀ ਜਾ ਰਹੇ ਹਾਂ ਕਿ ਕੋਈ ਨਹੀਂ, ਸਭ ਕੁਝ ਜਿਹੜਾ ਚੱਲਦਾ ਚਲੀ ਜਾਣ ਦਿਓ। ਯਾਦ ਰੱਖਿਓ, ਜਦ ਤੱਕ ਦਾਊਦ ਨੇ ਗੁਲਿਆਤ ਦਾ ਸਾਹਮਣਾ ਨਹੀਂ ਕੀਤਾ, 40 ਦਿਨ ਬੀਤ ਗਏ, ਸਵੇਰੇ ਸ਼ਾਮ ਲਲਕਾਰਦਾ ਹੈ। ਪਰ ਜਦੋਂ ਦਾਊਦ ਖੜਾ ਹੋ ਕੇ ਉਹਦਾ ਸਾਹਮਣਾ ਕਰਦਾ ਹੈ ਤੇ ਫਿਰ ਉਹਨੂੰ ਲਲਕਾਰਨ ਨਹੀਂ ਦਿੱਤਾ, ਉਹਨੇ ਸਾਹਮਣਾ ਕਰਕੇ ਉਹਦਾ ਨਾਸ਼ ਕੀਤਾ ਤੇ ਇਜ਼ਰਾਈਲ ਨੂੰ ਜਿੱਤ ਦਿੱਤੀ। ਇਸੇ ਹੀ ਤਰ੍ਹਾਂ ਜਦ ਤੱਕ ਤੁਸੀਂ ਉਹਦਾ ਸਾਹਮਣਾ ਨਹੀਂ ਕਰਦੇ, ਤੁਹਾਡੇ ਹਾਲਾਤ ਬਦਲਣੇ ਵਾਲੇ ਨਹੀਂ, ਤੁਹਾਡੇ ਜੀਵਨ ਦੇ ਵਿੱਚੋਂ ਜਿਹੜੀਆਂ ਪ੍ਰਸਥਿਤੀਆਂ ਬਦਲਣੇ ਵਾਲੀਆਂ ਨਹੀਂ ਆ, ਉਹੀ ਹਾਲਾਤ ਰਹਿਣਗੇ, ਉਹੀ ਕੰਮ ਰਹਿਣਗੇ, ਉੱਦਾਂ ਦਾ ਹੀ ਤੁਹਾਡਾ ਸਿਸਟਮ ਰਹੇਗਾ। ਪਰ ਜਦੋਂ ਤੁਸੀਂ ਕੁਝ ਕਰਨੇ ਲਈ ਅੱਗੇ ਜਾਓਗੇ ਔਰ ਆਤਮਿਕ ਰੀਤੀਆਂ ਲੜੋਗੇ, ਆਰਾਧਨਾ ਦੇ ਨਾਲ, ਵਰਸ਼ਿਪ ਦੇ ਨਾਲ, ਪ੍ਰਾਰਥਨਾ ਦੇ ਨਾਲ, ਉਪਵਾਸ ਦੇ ਨਾਲ, ਵਚਨ ਦੇ ਨਾਲ ਔਰ ਸੱਚੀ ਸੰਗਤੀ ਕਰੋਗੇ, ਸੰਗਤੀ 'ਚ ਰੈਗੂਲਰ ਜਾਓਗੇ, ਪ੍ਰਾਰਥਨਾ ਕਰੋਗੇ, ਉਪਵਾਸ ਕਰੋਗੇ, ਪ੍ਰਭੂ ਦੇ ਅੱਗੇ ਰੱਖੋਗੇ ਔਰ ਸ਼ੈਤਾਨ ਦੇ ਨਾਲ ਆਤਮਿਕ ਜੰਗ ਲੜੋਗੇ, ਉਸੇ ਸਮੇਂ ਸ਼ੈਤਾਨ ਘੁਟਨੇ ਟੇਕੇਗਾ ਔਰ ਹਾਲਾਤ ਬਦਲਨੇ ਸ਼ੁਰੂ ਹੋ ਜਾਣਗੇ। ਅੱਜ ਸ਼ੈਤਾਨ ਲਲਕਾਰ ਰਿਹਾ, ਤੇਰੇ ਬੱਚਿਆਂ ਨੂੰ ਨਸ਼ੇ 'ਚ ਲਾਤਾ, ਤੇਰੇ ਪਤੀ ਨੂੰ ਨਸ਼ੇ 'ਚ ਲਾਤਾ, ਗਰੀਬੀ ਕਰਜ਼ਾ ਤੇਰੇ ਉੱਤੇ ਆ ਗਿਆ, ਬਰਬਾਦੀ ਤੇਰੇ ਘਰ 'ਚ ਆ ਗਈ, ਸਰੀਰ ਤੇਰਾ ਬਰਬਾਦ ਹੋ ਗਿਆ। ਸ਼ੈਤਾਨ ਡੇਲੀ ਸਾਨੂੰ ਲਲਕਾਰਦਾ ਹੈ ਔਰ ਅਸੀਂ ਕਦੀ ਉਹਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦੇ। ਪਰ ਯਾਦ ਰੱਖੋ, ਜਦੋਂ ਦਾਊਦ ਦੇ ਵਾਂਗ ਸਾਹਮਣਾ ਕਰਨ ਲਈ ਤਿਆਰ ਹੋ ਜਾਵਾਂਗੇ, ਜਦੋਂ
ਦਾਊਦ ਦੇ ਵਾਂਗ ਖੜੇ ਹੋ ਜਾਵਾਂਗੇ, ਉਸ ਸਮੇਂ ਅੰਤ ਹੋਵੇਗਾ ਸ਼ੈਤਾਨ ਦਾ, ਸ਼ੈਤਾਨ ਪੈਰਾਂ ਦੇ ਥੱਲੇ ਹੋਵੇਗਾ। ਅੱਜ ਇਹ ਨਾ ਦੇਖੋ ਕਿ ਮੇਰੀ ਹਾਲਾਤ ਬੜੇ ਮੰਦੇ ਨੇ, ਮੇਰੇ ਹਾਲਾਤ ਬੜੇ ਬਹੁਤ ਕਠਿਨ ਹੈ, ਬਹੁਤ ਵੱਡੀਆਂ ਸਮੱਸਿਆਵਾਂ ਮੇਰੇ ਪਰਿਵਾਰ ਦੇ ਵਿੱਚ ਨੇ। ਦਾਊਦ ਨੇ ਗੋਲਿਆਤ ਦਾ ਵੱਡਾ ਉਹ ਰੁਤਬਾ ਨਹੀਂ ਦੇਖਿਆ, ਵੱਡਾ ਉਹਦਾ ਸਰੀਰ ਨਹੀਂ ਵੇਖਿਆ ਕਿ ਉਹ 10 ਫੁੱਟ ਦਾ ਹੈ, 9 ਫੁੱਟ ਦਾ ਹੈ ਔਰ ਮੈਂ ਉਹਦੇ ਅੱਗੇ ਬੱਚਾ ਆ। ਉਹਨੇ ਦੇਖਿਆ ਆਪਣੇ ਪਰਮੇਸ਼ਵਰ ਨੂੰ, ਉਹਨੇ ਦੇਖਿਆ ਪਰਮੇਸ਼ਵਰ ਦੀ ਸਾਮਰਥ ਨੂੰ ਔਰ ਉਹਨੇ ਵਿਸ਼ਵਾਸ ਕੀਤਾ ਕਿ ਅੱਜ ਤੂੰ ਮੇਰੇ ਪੈਰਾਂ ਦੇ ਥੱਲੇ ਹੋਵੇਂਗਾ। ਤੁਹਾਡੇ ਘਰ 'ਚ ਸਥਿਤੀ ਜਿੰਨੀ ਵੀ ਮਰਜ਼ੀ ਮਾੜੀ ਹੋਵੇ, ਹਾਲਾਤ ਜਿੰਨੇ ਵੀ ਮਰਜ਼ੀ ਮਾੜੇ ਹੋਣ, ਕਿੰਨੇ ਵੀ ਗੰਭੀਰ ਮਸਲੇ ਕਿਉਂ ਨਾ ਹੋਣ, ਜੇ ਲੜਨ ਦੇ ਲਈ ਉਪਵਾਸ ਵਿੱਚ, ਪ੍ਰਾਰਥਨਾ ਵਿੱਚ, ਸੱਚਾਈ ਦੇ ਵਿੱਚ ਪ੍ਰਭੂ ਦੇ ਅੱਗੇ ਜਾਓਗੇ, ਪ੍ਰਾਰਥਨਾ ਬੇਨਤੀਆਂ ਕਰੋਗੇ, ਤੇ ਸ਼ੈਤਾਨ ਤੁਹਾਡੇ ਹਾਲਾਤ ਜਿਹੜੇ ਵਿਗਾੜਨ ਵਾਲਾ ਹੈ, ਤੁਹਾਡੇ ਹਾਲਾਤਾਂ ਨੂੰ ਜਿਹੜਾ ਵਿਗਾੜ ਕੇ ਤੁਹਾਨੂੰ ਬਰਬਾਦ ਕਰਨ ਵਾਲਾ ਹੈ, ਉਹ ਤੁਹਾਡੇ ਪੈਰਾਂ ਦੇ ਥੱਲੇ ਹੋਵੇਗਾ ਔਰ ਤੁਸੀਂ ਆਪਣੇ ਔਰ ਆਪਣੇ ਪਰਿਵਾਰ ਦੇ ਵਿੱਚ ਇੱਕ ਬਦਲਿਆ ਹੋਇਆ ਜੀਵਨ ਦੇਖੋਗੇ, ਬਦਲੇ ਹੋਏ ਹਾਲਾਤ ਦੇਖੋਗੇ। ਯਾਦ ਰੱਖੋ, ਯੀਸ਼ੂ ਨੇ ਕਿਹਾ ਸਾਹਮਣਾ ਕਰ ਤੇ ਉਹ ਹਾਰੇਗਾ, ਭੱਜੇਗਾ। ਬਿਨਾਂ ਲੜੇ, ਬਿਨਾਂ ਸਾਹਮਣੇ ਕੀਤੇ ਉਹ ਕਿੱਦਾਂ ਹਾਰੇਗਾ, ਕਿੱਦਾਂ ਭੱਜੇਗਾ। ਲੜੋਗੇ ਤੇ ਜਿੱਤੋਗੇ, ਨਹੀਂ ਲੜੋਗੇ ਤੇ ਉਹ ਕਦੀ ਵੀ ਤੁਹਾਡੇ ਤੋਂ ਦੂਰ ਨਹੀਂ ਹੋਵੇਗਾ। ਇਸ ਲਈ ਆਓ ਅੱਜ ਤੋਂ ਅਸੀਂ ਪ੍ਰਭੂ ਦੇ ਅੱਗੇ ਸਮਰਪਣ ਕਰੀਏ ਆਪਣੀ ਲਾਈਫ ਨੂੰ ਔਰ ਪ੍ਰਾਰਥਨਾ ਵਾਲਾ ਜੀਵਨ ਬਤੀਤ ਕਰੀਏ, ਪ੍ਰਾਰਥਨਾ ਕਰੀਏ, ਉਪਵਾਸ ਕਰੀਏ, ਵਰਸ਼ਿਪ ਕਰੀਏ ਔਰ ਰੈਗੂਲਰ ਸੰਗਤੀ ਦੇ ਵਿੱਚ ਬਣੇ ਰਹੀਏ ਔਰ ਇੱਕ ਸੱਚੀ ਜ਼ਿੰਦਗੀ ਜੀ ਕੇ ਜਿੱਤ ਲਈਏ ਆਪਣੇ ਪਰਿਵਾਰ ਨੂੰ, ਆਪਣੇ ਘਰਾਣੇ ਨੂੰ, ਆਪਣੇ ਬਿਜ਼ਨਸ ਨੂੰ ਔਰ ਆਪਣੇ ਹਾਲਾਤਾਂ ਨੂੰ ਬਦਲਦੇ ਹੋਏ ਦੇਖੀਏ। ਦਾਊਦ ਦੇ ਵਾਂਗ ਖੜੇ ਹੋਵੋ। ਜੇ ਦਾਊਦ ਦੇ ਵਾਂਗ ਖੜੇ ਨਹੀਂ ਹੋਏ ਤੇ ਦਾਊਦ ਦੇ ਭਰਾ ਸੈਨਾ ਰਾਜਾ ਕਈ ਸਮੇਂ ਤੱਕ ਉੱਥੇ ਬੈਠਾ ਰਿਹਾ, ਉਹ ਬੰਗਾਰਦਾ ਰਿਹਾ ਪਰ ਉਹਦਾ ਕਿਸੇ ਨੇ ਕੁਝ ਵੀ ਵਿਗਾੜਿਆ ਨਹੀਂ। ਉਹਨੂੰ ਪਤਾ ਸੀਗਾ ਇਹਨੂੰ ਰੋਕਣ ਲਈ, ਇਹਦਾ ਮੂੰਹ ਬੰਦ ਕਰਨ ਲਈ ਮੈਨੂੰ ਇਹਦੇ ਨਾਲ ਲੜਨਾ ਪੈਣਾ ਹੈ। ਇਸ ਲਈ ਹਾਲਾਤ ਬਦਲਣ ਲਈ, ਹਾਲਾਤਾਂ 'ਚ ਸੁਧਾਰ ਆਉਣ ਲਈ, ਪਰਿਵਾਰ 'ਚ ਸੁਧਾਰ ਹੋਣ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਤੁਹਾਨੂੰ ਪ੍ਰਭੂ ਦੇ ਕੋਲ ਜਾਣੇ ਪੈਣਾ, ਉਪਵਾਸ ਕਰਨੇ ਪੈਣੇ ਆ, ਸੱਚਾਈ ਨਾਲ ਜੀਣਾ ਪੈਣਾ, ਇਸ ਲਈ ਕਿ ਹਾਲਾਤ ਬਦਲਣ ਔਰ ਘਰ ਦੇ ਵਿੱਚ ਸੁਧਾਰ ਆਵੇ। ਪਰਮੇਸ਼ਵਰ ਤੁਹਾਨੂੰ ਇਸ ਵਚਨ ਦੇ ਨਾਲ ਬਹੁਤ ਆਸ਼ੀਸ਼ ਦੇਵੇ। ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਉੱਤੇ ਬਣੀ ਰਵੇ। ਆਓ ਅੱਜ ਤੋਂ ਤਿਆਰ ਹੋਈਏ, ਆਪਣੇ ਆਪ ਨੂੰ ਤਿਆਰ ਕਰੀਏ ਕਿ ਪਰਮੇਸ਼ਵਰ ਸਾਨੂੰ ਇਸਤੇਮਾਲ ਕਰੇ, ਸ਼ੈਤਾਨ ਨੂੰ ਹਰਾਵੇ ਔਰ ਪਰਮੇਸ਼ਵਰ ਸਾਡੇ ਘਰ ਪਰਿਵਾਰ ਘਰਾਣੇ ਬੱਚਿਆਂ ਦੇ ਉੱਤੇ ਕਿਰਪਾ ਕਰੇ। ਪ੍ਰਭੂ ਦਾ ਵਚਨ ਤੁਹਾਡੇ ਲਈ ਫੜ ਲੈ ਕੇ ਆਵੇ। ਅਸੀਂ ਫਿਰ ਮਿਲਾਂਗੇ ਅਗਲੇ ਵਚਨ ਦੇ ਨਾਲ। ਤਦ ਤੱਕ ਪ੍ਰਭੂ 'ਚ ਬਣੇ ਰਹੋ। ਪ੍ਰਭੂ ਤੁਹਾਨੂੰ ਪਿਆਰ ਕਰਦੇ ਨੇ, ਪ੍ਰਭੂ ਤੁਹਾਡੇ ਨਾਲ ਨੇ। ਸਾਰਿਆਂ ਨੂੰ ਜੈ ਮਸੀਹ।